ਗਿਣਤੀ ਦੇ ਪਿੰਡ ਮੁੱਛਲ ਵਿਖੇ ਵੱਡਾ ਦੁਖਾਂਤ ਵਾਪਰਿਆ। ਹੁਣ ਤੱਕ 12 ਲੋਕਾਂ ਦੀ ਜਾਨ ਜਾ ਚੁੱਕੀ ਹੈ ਜ਼ਹਿਰੀਲੀ ਸ਼ਰਾਬ ਪੀਣ ਨਾਲ। ਹਲਕੇ ਦੀ ਨੁਮਾਇੰਦਗੀ ਕਰਦੇ ਨੇ ਡੈਣੀ ਜੀ ਐਮਐਲਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੁਖਿੰਦਰ ਜੀ, ਕੀ ਕਹਿਣਾ ਚਾਹੁੰਦੇ ਹੋ ਜੋ ਦੁਖਾਂਤ ਵਾਪਰਿਆ ਉਹਨੂੰ ਕਿੱਥੇ ਕਸੂਰਵਾਰ ਕਿਹਨੂੰ ਠਹਿਰਾਇਆ? ਬੜਾ ਹੀ ਮੰਦਭਾਗੀ ਤੇ ਬੜੀ ਅਤਿਅੰਤ ਦੁਖਦਾਇਕ ਘਟਨਾ ਹੈ ਜਿਸ ਨੇ ਸਾਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ। ਬੜੀ ਵੱਡੀ ਸੋਗ ਦੀ ਲਹਿਰ ਹੈ ਜਿਹੜੀ ਇਸ ਪਿੰਡਾਂ ਦੇ ਵਿੱਚ ਆਸੇ-ਪਾਸੇ ਇਲਾਕੇ 'ਚ ਦੌੜੀ ਹੈ। ਮੈਂ ਹਮੇਸ਼ਾ, ਮੇਰੇ ਪਿਤਾ ਜੀ ਨੇ, ਸਾਡੇ ਪਰਿਵਾਰ ਨੇ ਇਸ ਹਲਕੇ ਨੂੰ, ਆਪਣੇ ਇਲਾਕੇ ਨੂੰ ਆਪਣੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਮੰਨਿਆ ਔਰ ਹਮੇਸ਼ਾ ਇਸ ਇਲਾਕੇ ਦੇ ਨਾਲ ਚਟਾਨ ਵਾਂਗੂ ਡਟ ਕੇ ਖੜੇ ਹੋਏ ਹਾਂ। ਚਾਹੇ ਕਰੋਨਾ ਦੀ ਬਿਮਾਰੀ ਸੀ, ਮਹਾਂਮਾਰੀ, ਉਹਦੇ ਵਿੱਚ ਵੀ ਲੋਕਾਂ ਦੇ ਨਾਲ ਅਸੀਂ ਡਟ ਕੇ ਖੜੇ ਹੋਏ। ਔਰ ਅੱਜ ਜਿਹੜਾ ਇਹ ਐਡਾ ਵੱਡਾ ਦੁਖਾਂਤ ਵਾਪਰਿਆ, ਅੱਜ ਇਸ ਦੁਖਾਂਤ ਜਿਹੜਾ ਐਡਾ ਵੱਡਾ ਵਾਪਰਿਆ ਹੈ, ਉਹਦਾ ਕਰਕੇ ਅੱਜ ਮੈਂ ਇਸ ਪਿੰਡ ਦੇ ਵਿੱਚ ਆਪਣੇ ਨਾਲ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਦੁੱਖ ਸਾਂਝਾ ਕਰਨ ਆਇਆ ਸੀਗਾ। ਔਰ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਅੱਜ ਅਸੀਂ ਇੱਥੇ ਜਾਵਾਂਗੇ ਕਿ ਜਿਹੜਾ ਵੀ ਮੁਲਜ਼ਮ ਹੋਇਆ ਇਸ ਕੰਮ ਦੇ ਵਿੱਚ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਚਾਹੇ ਉਹ ਕਿੱਡਾ ਵੀ ਵੱਡਾ ਅਹੁਦਾ ਰੁਤਬਾ ਰੱਖਦਾ ਹੋਵੇ, ਉਹਦੇ ਖਿਲਾਫ ਅਸੀਂ ਜਿਹੜੀ ਠੋਸ ਤੋਂ ਠੋਸ, ਜਿਹੜੀ ਸਖਤ ਤੋਂ ਸਖਤ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਏਗੀ। ਜਿਸ ਦਿਨ ਇਹ ਘਟਨਾ ਵਾਪਰਦੀ ਹੈ ਮੈਨੂੰ ਉਸ ਦਿਨ ਪਤਾ ਲੱਗਦਾ, ਔਰ ਜਿਸ ਵੇਲੇ ਮੈਨੂੰ ਪਤਾ ਲੱਗਦਾ ਹੈ ਉਸੇ ਵੇਲੇ ਵਿਦਨ ਨੋ ਟਾਈਮ ਮੇਰੀ ਫੋਨ ਜਿਹੜਾ ਆ ਉਹ ਐਸਐਸਪੀ ਸਾਹਿਬ ਨੂੰ ਮੈਂ ਕਹਿੰਦਾ ਕਿ ਇਹ ਜਿਹੜੀ ਚੀਜ਼ ਹੋਈ ਹੈ, ਆਈ ਵਾਂਟ ਸਟ੍ਰਿਕਟ ਐਕਸ਼ਨ ਅਗੇਂਸਟ ਦੀਜ਼ ਪੀਪਲ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਤੁਰੰਤ ਐਸਐਚਓ ਤਰਸਿੱਕਾ ਉਹਨੂੰ ਸਸਪੈਂਡ ਕੀਤਾ ਅਣਗਹਿਲੀ ਕਾਰਨ। ਹਾਲਾਂਕਿ ਐਸਐਚਓ ਇੱਕ ਦਿਨ ਪਹਿਲਾਂ ਇੱਥੇ ਆ ਕੇ ਰੇਡ ਵੀ ਕਰਕੇ ਗਿਆ ਸੀ, ਰੇਡ ਕਰਕੇ ਗਏ, ਔਰ ਰੇਡ ਕਰਨ ਤੋਂ ਬਾਅਦ ਉਸ ਮੌਕੇ ਉਸ ਦਿਨ ਉੱਥੋਂ ਕੁਝ ਬਰਾਮਦ ਨਹੀਂ ਹੋਇਆ। ਮੈਂ ਹੁਣ ਪਿੰਡ 'ਚ ਆਇਆ, ਪਿੰਡ ਵਾਲਿਆਂ ਨੇ ਮੈਨੂੰ ਕੁਝ ਜ਼ਿੰਮੇਵਾਰ ਵਿਅਕਤੀ ਨੇ ਗੱਲ ਦੱਸੀ ਹੈ ਕਿ ਐਸਐਚਓ ਸਾਹਿਬ ਪਿੰਡ 'ਚ ਆਏ ਸੀਗੇ, ਔਰ ਐਸਐਚਓ ਦੇ ਆਉਣ ਤੋਂ ਬਾਅਦ, ਰੇਡ ਹੋਣ ਤੋਂ ਬਾਅਦ ਉਸ ਵੇਲੇ ਮੌਕੇ 'ਤੇ ਕੁਝ ਨਹੀਂ ਬਰਾਮਦ ਹੋ ਪਾਇਆ ਸੀਗਾ। ਅਗਲੇ ਦਿਨ ਹੀ ਇਹ ਇਨਸੀਡੈਂਟ ਹੋ ਜਾਂਦਾ, ਔਰ ਜਿਸ ਵੇਲੇ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਇਹ ਵੀ ਗੱਲ ਕਹੀ ਸੀ ਐਸਐਸਪੀ ਸਾਹਿਬ ਨੂੰ ਕਿ ਐਡੀਆਂ ਕੀਮਤੀ ਜਾਨਾਂ ਗਈਆਂ ਨੇ ਅਤੇ ਜਿਨ੍ਹਾਂ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ, ਇਹ ਦਿਸ ਅਮਾਊਂਟਸ ਟੂ ਮਰਡਰ, ਅਤੇ ਇਹਦੇ ਉੱਪਰ ਜਿਹੜੀ ਆ ਧਾਰਾ 304 ਜਿਹੜੀ ਹੈ ਉਹ ਲੱਗਣੀ ਬਣਦੀ ਹੈ। ਧਾਰਾ 304 ਉਹਨਾਂ ਨੇ ਲਗਾਈ। ਐਸਐਚਓ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕੀਤਾ ਗਿਆ, ਔਰ ਉਸ ਤੋਂ ਬਾਅਦ ਜਿਹੜਾ ਇਹ ਸੀਗਾ ਜਾਂਚ ਦਾ ਸਭ ਤੋਂ ਵੱਡਾ ਵਿਸ਼ਾ ਸੀਗਾ ਕਿ ਇਹ ਕਿੱਥੋਂ ਤਿਆਰ ਹੋਈ, ਬਟਾਲੇ ਤੋਂ ਮੁੱਛਲ, ਮੁੱਛਲ ਤੋਂ ਅੱਗੇ ਤਰਨਤਾਰਨ। ਇਹਦਾ ਸੋਰਸ ਜੋ ਸਾਨੂੰ ਸਮਝ ਆਉਂਦਾ ਸੀ ਵੀ ਇਹ ਇੱਕ ਸੋਰਸ ਜਿੱਥੋਂ ਇਹ ਜ਼ਹਿਰ ਘੋਲਿਆ ਗਿਆ, ਔਰ ਉਹਦੇ ਵਾਸਤੇ ਇੱਕ ਜਾਂਚ ਦੀ ਮੰਗ ਕੀਤੀ ਗਈ। ਉਹਨਾਂ ਨੇ ਮਿਸਟਰ ਗੌਰਵ ਤੁਰਾ ਨੇ, ਆਈਪੀਐਸ ਆਫਿਸਰ, ਉਹਨਾਂ ਦੀ ਅਗਵਾਈ ਦੇ ਵਿੱਚ 4 ਮੈਂਬਰੀ ਟੀਮ ਗਠਿਤ ਕੀਤੀ, ਜੋ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ, ਜਿਵੇਂ ਸੀਐਮ ਸਾਹਿਬ, ਮਾਨਯੋਗ ਸੀਐਮ ਸਾਹਿਬ ਨੇ ਵੀ ਇੱਕ ਜਿਹੜੀ ਉਹ ਕਮੇਟੀ ਜਿਹੜੀ ਹੈ ਗਠਿਤ ਕੀਤੀ ਹੈ, ਕਮਿਸ਼ਨ, ਇਸ ਵਾਸਤੇ ਜਲਦੀ ਹੀ ਸਾਰਾ ਇਹਦੇ ਉੱਪਰੋਂ ਜਿਹੜਾ ਹੈ ਉਹ ਪਰਦਾਫਾਸ਼ ਹੋਏਗਾ ਵੀ ਕੌਣ ਵਿਅਕਤੀ ਇਹਦੇ ਵਿੱਚ ਜਿਹੜੇ ਸੀਗੇ ਜਿਨ੍ਹਾਂ ਨੇ ਇਹ ਜ਼ਹਿਰ ਘੋਲਿਆ ਅਤੇ ਲੋਕਾਂ ਦੇ ਘਰ ਜਿਹੜੇ ਹੈ ਬਰਬਾਦ ਕਰਨ 'ਚ ਕੰਮ ਕੀਤਾ। ਐਮਐਲਏ ਸਾਹਿਬ, ਇੱਕ ਗੱਲ ਇੱਥੇ ਦੱਸਣਾ ਚਾਹਾਂਗਾ, ਲੋਕੀ ਕਹਿ ਰਹੇ ਨੇ ਇੱਥੇ 20 ਤੋਂ 30 ਸਾਲ ਤੱਕ ਇਹ ਧੰਦਾ ਚੱਲ ਰਿਹਾ ਸੀ, ਜਿਹੜਾ ਇੱਥੇ ਸ਼ਰਾਬ ਨਜਾਇਜ਼ ਵੇਚੀ ਜਾ ਰਹੀ ਸੀ। ਪਹਿਲਾਂ ਕਿਉਂ ਨਹੀਂ ਐਕਸ਼ਨ ਕੀਤੇ ਗਏ? ਹੁਣ ਐਕਸ਼ਨ 12 ਬੰਦੇ ਮਾਰ ਗਏ, ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਜਾਗ ਰਹੀ ਹੈ, ਪ੍ਰਸ਼ਾਸਨ ਵੀ ਜਾਗ ਰਿਹਾ। ਦੇਖੋ, 20 ਤੋਂ 30 ਸਾਲ ਵਾਲੀ ਜਿਹੜੀ ਗੱਲ ਹੈ, ਉਹ 20-30 ਸਾਲ ਤੋਂ ਪਹਿਲਾਂ ਮੈਂ ਕਹਿਣਾ ਨਹੀਂ ਚਾਹੁੰਦਾ, ਨਾ ਮੈਂ ਕਿਸੇ 'ਤੇ ਚੱਕੜ ਸੁੱਟਣਾ ਚਾਹੁੰਦਾ, ਕੋਈ ਸੌੜੀ ਰਾਜਨੀਤੀ ਸਿਆਸਤ ਮੈਂ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਇੱਥੇ ਅੱਜ ਇਹਨਾਂ ਦੇ ਮਾਹੌਲ ਦੇ ਵਿੱਚ, ਗਮਗੀਨ ਮਾਹੌਲ ਦੇ ਵਿੱਚ ਅੱਜ ਮੈਂ ਸ਼ਾਮਲ ਹੋਣ ਵਾਸਤੇ ਆਇਆ, ਔਰ ਮੈਂ ਕਿਸੇ ਦੇ ਉੱਪਰ ਚੱਕੜ ਸੁੱਟਾਂ, ਮੈਂ ਉਹ ਹੌਲਾ ਕੰਮ ਨਹੀਂ ਕਰਨਾ ਚਾਹੁੰਦਾ। ਪਰ ਜੋ ਮੈਨੂੰ ਇੱਥੇ ਸੁਣਨ ਨੂੰ ਮਿਲਿਆ, ਵੱਖ-ਵੱਖ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਵੱਲੋਂ ਜਿਹੜੀ ਹੈ ਉਹ ਅੱਜ ਇਹਨਾਂ ਕੀਮਤੀ ਜਿਹੜੀਆਂ ਜਾਨਾਂ ਗਈਆਂ, ਉਹਨਾਂ ਲਾਸ਼ਾਂ ਦੇ ਉੱਪਰ ਵੀ ਜਿਹੜੀ ਹੈ ਉਹ ਸਿਆਸਤ ਕੀਤੀ ਜਾ ਰਹੀ ਹੈ। ਔਰ ਮੈਂ ਉਹਨਾਂ ਨੂੰ ਵੀ ਇਹੋ ਬੇਨਤੀ ਕਰੂੰਗਾ ਕਿ ਅੱਜ ਜਿਹੜੀ ਲੋੜ ਹੈ ਉਹ ਇਹਨਾਂ ਪੀੜਤ ਪਰਿਵਾਰਾਂ ਦੇ ਨਾਲ ਖੜੇ ਹੁੰਦੀ ਹੈ, ਨਾ ਕਿ ਉਹਨਾਂ ਦੀਆਂ ਜਾਨਾਂ ਦੇ ਉੱਪਰ ਸੌੜੀ ਤੇ ਜਿਹੜੀ ਸਸਤੀ ਰਾਜਨੀਤੀ ਹੈ ਉਹ ਕੀਤੀ ਜਾਵੇ। ਰਾਜਨੀਤੀ ਕਰਨ ਵਾਸਤੇ ਹੋਰ ਮੈਦਾਨ, ਮੌਕੇ ਬਥੇਰੇ ਆ ਜਾਣੇ ਆ, ਉੱਥੇ ਕੀਤੀ ਜਾ ਸਕਦੀ ਹੈ। ਪਰ ਜਿਹੜੇ 20 ਸਾਲ ਤੋਂ ਪਹਿਲਾਂ, ਫਿਰ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਉਸ ਤੋਂ ਪਹਿਲਾਂ 10 ਸਾਲ ਰਹੀ ਹੈ, ਜਿਹੜੇ ਫਿਰ ਅੱਜ ਉਹ ਚਿੱਕੜ ਸੁੱਟਦੇ ਆ ਵੀ 20 ਸਾਲ ਤੋਂ ਚੱਲਦਾ, ਅਤੇ ਫਿਰ 20 ਸਾਲ ਤੋਂ ਪਹਿਲਾਂ ਦੇ ਅੱਜ 10 ਸਾਲ ਇਹਨਾਂ ਦੇ ਕੋਲ ਸਾਰੀ ਰਹੀ ਹੈ। ਉਸ ਵੇਲੇ ਫਿਰ ਇਹਨੂੰ ਰੋਕਣਾ ਜਾਣਾ ਜਿਹੜਾ ਸੀਗਾ ਉਹ ਬਣਦਾ ਸੀਗਾ। ਫਿਰ ਹੁਣ ਅਸੀਂ ਇਸ ਚੀਜ਼ ਦੇ ਵਿੱਚ ਨਹੀਂ ਬਹਿਸਬਾਜ਼ੀ ਦੇ ਵਿੱਚ ਪੈਣਾ ਚਾਹੁੰਦੇ, ਨਾ ਰਾਜਨੀਤੀ 'ਚ ਕਰਨਾ ਚਾਹੁੰਦੇ। ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਵੀ ਇੱਕ ਐਗਜ਼ੈਂਪਲਰੀ ਜਿਹੜਾ ਆ ਉਹ ਕਦਮ ਉਠਾਇਆ ਜਾਵੇਗਾ, ਤਾਂ ਜੋ ਇਹ ਜਿਹੜੀ ਘਟਨਾ ਅੱਜ ਮੰਦਭਾਗੀ ਇੱਥੇ ਵਾਪਰੀ ਹੈ, ਇਹ ਮੁੜ ਦੁਬਾਰਾ ਕਿਸੇ ਹੋਰ ਪਿੰਡ ਦੇ ਵਿੱਚ ਨਾ ਵਾਪਰੇ। ਕੋਈ ਇਹੋ ਜਿਹਾ ਜਿਹੜਾ ਜ਼ਹਿਰ ਹੈ ਉਹ ਕਿਸੇ ਹੋਰ ਪਿੰਡ ਦੇ ਵਿੱਚ ਘੁਲ ਕੇ ਤੇ ਕਿਸੇ ਹੋਰ ਪਰਿਵਾਰ ਦਾ ਜਿਹੜਾ ਦੀਵਾ ਉਹ ਨਾ ਬੁਝ ਜਾਵੇ। ਇਸ ਗੱਲ ਵਾਸਤੇ ਮੈਂ ਜਿਹੜਾ ਹੈ ਨਾ ਉਹ ਪ੍ਰਸ਼ਾਸਨ ਦੇ ਨਾਲ, ਬਾਰ-ਬਾਰ ਸਰਕਾਰ ਦੇ ਨਾਲ ਗੱਲ ਕਰ ਰਿਹਾ ਕਿ ਕੋਈ ਚੰਗੇ ਤਗੜੇ ਠੋਸ ਕਦਮ ਚੁੱਕਣੇ ਚਾਹੀਦੇ ਹੈ, ਆਰੋਪੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਔਰ ਜਿਹੜੇ ਪੀੜਤ ਪਰਿਵਾਰ ਹੈ
ਉਹਨਾਂ ਨੂੰ ਮੁਆਵਜ਼ਾ ਦੇ ਕੇ ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਵਾਸਤੇ ਐਲਾਨ ਕਰ ਦੇਣਾ ਚਾਹੀਦਾ। ਐਮਐਲਏ ਸਾਹਿਬ, ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਜਿੱਥੇ ਵੀ ਨਸ਼ਾ ਵਿਕੂਗਾ ਉੱਥੋਂ ਦਾ ਐਸਐਚਓ ਤਾਂ ਜ਼ਿੰਮੇਵਾਰ ਹੋਊਗਾ ਹੀ, ਡੀਐਸਪੀ ਦੀ ਵੀ ਜ਼ਿੰਮੇਵਾਰੀ ਬਣੇਗੀ, ਪਰ ਇਸ ਮਾਮਲੇ ਵਿੱਚ ਸਿਰਫ ਗਾਜ ਜਿਹੜੀ ਹੈ ਐਸਐਚਓ ਤੇ ਡਿੱਗੀ ਹੈ। ਦੇਖੋ ਐਸਐਚਓ ਗਾਜ਼ ਡਿੱਗੀ, ਅਣਗਹਿਲੀ ਡਿਪਾਰਟਮੈਂਟ ਨੇ ਐਕਸ਼ਨ ਲਿਆ, ਬਟ ਉਸ ਤੋਂ ਪਹਿਲਾਂ ਇੱਕ ਦਿਨ ਐਸਐਚਓ ਨੇ ਇਸੇ ਪਿੰਡ ਦੇ ਵਿੱਚ ਰੇਡ ਵੀ ਕੀਤਾ ਇਸੇ ਚੀਜ਼ ਨੂੰ ਲੈ ਕੇ। ਉਸ ਦਿਨ ਕੁਝ ਬਰਾਮਦਗੀ ਨਹੀਂ ਹੋ ਪਾਈ ਤਾਂ ਉਹ ਚੀਜ਼ ਇੱਕ ਵੱਖਰਾ ਮੈਟਰ ਆ ਗਿਆ, ਪਰ ਐਸਐਚਓ ਇੱਕ ਦਿਨ ਇਸ ਪਿੰਡ ਦੇ ਵਿੱਚ ਪਹਿਲਾਂ ਆਇਆ ਇੰਸੀਡੈਂਟ ਤੋਂ ਮੇਰਾ ਪਹਿਲਾਂ। ਸਵਾਲ ਇਹ ਹੈ ਜੀ, ਐਸਐਚਓ ਨੂੰ ਤੇ ਗਾਜ ਗਿਰ ਗਈ ਹੈ, ਡੀਐਸਪੀ ਤੇ ਕੋਈ ਕਾਰਵਾਈ ਕੋਈ ਨਹੀਂ ਕੀਤੀ। ਨਹੀਂ, ਡੀਐਸਪੀ ਸਾਹਿਬ ਤਾਂ ਦੇਖੋ ਉਹਨਾਂ ਨੇ ਜਿਹੜੀ ਜ਼ਿੰਮੇਵਾਰੀ ਨਿਭਾਈ ਹੈ, ਹਸਪੀਟਲ ਦੇ ਅੰਦਰ ਵੀ ਉੱਥੇ ਗਏ ਆ। ਡੀਐਸਪੀ ਸਾਡੇ ਨਵੇਂ ਨਿਯੁਕਤ ਹੋਏ ਆ, ਤੁਹਾਡੇ ਧਿਆਨ 'ਚ ਹੀ ਹੋਏਗਾ, ਜਾਣਕਾਰੀ ਵੀ ਹੋਏਗੀ ਵੀ ਕਰੋਨਾ ਨਾਲ ਅਫੈਕਟਡ ਸੀਗੇ। 2-4 ਦਿਨ ਪਹਿਲਾਂ ਹੀ ਡਿਊਟੀ ਇਹਨਾਂ ਨੇ ਜੁਆਇਨ ਕੀਤੀ ਹੈ ਤੇ ਮੇਰੇ ਖਿਆਲ 3 ਹਫ਼ਤੇ ਇਹਨਾਂ ਨੂੰ ਕਰੋਨਾ ਜਿਹੜੀ ਸੀਗੇ ਉਹਨੇ ਕਰੋਨਾ ਦੀ ਲਪੇਟ 'ਚ ਸੀਗੇ। ਉਹਨਾਂ ਦਾ ਪੂਰਾ ਪਰਿਵਾਰ ਹੀ ਡੀਐਸਪੀ ਸਾਹਿਬ ਦਾ ਕਰੋਨਾ ਦੀ ਲਪੇਟ ਦੇ ਵਿੱਚ ਸੀਗਾ ਤੇ ਉਹ ਹੁਣੇ ਉਹਨਾਂ ਨੇ 3-4 ਦਿਨ ਪਹਿਲਾਂ ਹੀ ਜਿਹੜਾ ਆ ਸਿਹਤਯਾਬ ਹੋ ਕੇ ਤੇ ਡਿਊਟੀ ਜੁਆਇਨ ਕੀਤੀ ਹੈ। ਨਵੀਂ ਨਿਯੁਕਤੀ ਹੈ ਇਹਨਾਂ ਦੀ ਇੱਥੇ ਹਲਕਾ ਜੰਡਿਆਲਾ ਦੇ ਅੰਦਰ, ਬਟ ਕੋਈ ਉਹਨਾਂ ਵਾਲੇ ਪਾਸਿਓਂ ਅਗਰ ਕੋਈ ਮੈਂ ਕਹਾਂ, ਉਹਨਾਂ ਨੇ ਹਸਪੀਟਲ 'ਚ ਜਾ ਕੇ ਜਿਹੜੇ ਉਹ ਪੀੜਤ ਮਰੀਜ਼ ਨੇ ਉਹਨਾਂ ਦੀ ਵੀ ਸਾਰ ਲਈ, ਜਿਨ੍ਹਾਂ ਨੂੰ ਪਹੁੰਚਾਉਣ ਦੀ ਗੱਲ ਸੀਗੀ ਉਹਨਾਂ ਲੋਕਾਂ ਨੂੰ ਹਸਪੀਟਲ 'ਚ ਵੀ ਪਹੁੰਚਾਇਆ ਇਲਾਜ ਵਾਸਤੇ, ਤੇ ਜਿਹੜੀ ਕਾਰਵਾਈ ਬਣਦੀ ਹੈ ਉਹ ਵੀ ਉਹਦੇ ਵਿੱਚ ਕੀਤੀ ਹੈ। 3 ਦੋਸ਼ੀ ਜਿਹੜੇ ਆ, ਆਰੋਪੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਨੇ। ਪਹਿਲਾਂ ਕੱਲ 2 ਸੀਗੇ ਤਾਂ ਹੁਣੇ ਡੀਐਸਪੀ ਸਾਹਿਬ ਨੇ ਮੈਨੂੰ ਇੱਥੇ ਪਹੁੰਚਣ ਦੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਇਹ ਜਾਣਕਾਰੀ ਦਿੱਤੀ ਹੈ ਕਿ ਤੀਜਾ ਇੱਕ ਹੋਰ ਆਰੋਪੀ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ। ਸੋ 3 ਆਰੋਪੀ ਗ੍ਰਿਫਤਾਰ ਹੋ ਚੁੱਕੇ ਨੇ ਜੀ। ਤੁਸੀਂ ਕਿਹਾ ਐਸਐਚਓ ਸਸਪੈਂਡ ਹੋ ਗਏ ਨੇ, ਪਰ ਐਸਐਚਓ ਇੱਥੇ ਕੱਲ ਦੇਖੇ ਗਏ ਨੇ ਸਰਕਾਰੀ ਗੱਡੀ ਵਿੱਚ ਇੱਥੇ ਘੁੰਮਦੇ ਨਜ਼ਰ ਆਏ ਨੇ, ਵਰਦੀ ਵਿੱਚ ਨਜ਼ਰ ਆਏ ਨੇ। ਸਸਪੈਂਸ਼ਨ ਕਿੱਥੇ ਹੈ ਜੀ ਉਹਨਾਂ ਦੀ? ਸਸਪੈਂਡਡ ਨੇ ਐਸਐਸਪੀ ਸਾਹਿਬ। ਸਸਪੈਂਡ ਬੰਦਾ ਜਿਹੜਾ ਉਹ ਆਪਣੇ ਇਲਾਕੇ ਵਿੱਚ ਵਰਦੀ ਪਾ ਕੇ ਸਰਕਾਰੀ ਗੱਡੀ ਵਿੱਚ ਘੁੰਮ ਸਕਦਾ ਜੀ? ਉਹਦੇ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਆਂ। ਜੀ। ਤੁਹਾਡੇ ਮਨ ਦੇ ਵਿੱਚ ਜਿਹੜਾ ਸਵਾਲ ਆਇਆ ਬੜਾ ਵਾਜਬ ਹੈ ਔਰ ਉਹਦੇ ਬਾਰੇ ਕਲੈਰਿਟੀ ਹੋਣੀ ਬੜੀ ਜ਼ਰੂਰੀ ਹੈ। ਜਿਸ ਦਿਨ ਇਹ ਇਨਸੀਡੈਂਟ ਵਾਪਰਿਆ ਸ਼ਾਮ ਨੂੰ, ਤੁਸੀਂ ਇਹ ਗੱਲ ਨੋਟ ਕੀਤੀ ਹੈ ਕਿ ਉਸੇ ਦਿਨ ਹੀ ਰਾਤ ਨੂੰ ਸਾਰੇ ਪੰਜਾਬ ਦੇ ਵਿੱਚ ਐਸਐਸਪੀ ਸਾਹਿਬਾਨ ਦੇ ਤਬਾਦਲੇ ਵੱਡੇ ਪੱਧਰ ਤੇ ਹੋਏ। ਆਪਣੇ ਇੱਥੇ ਦਿਹਾਤੀ ਦੇ ਐਸਐਸਪੀ ਸਾਹਿਬ ਸੀਗੇ ਵਿਕਰਮਜੀਤ ਸਿੰਘ ਦੁੱਗਲ ਸਾਹਿਬ, ਉਹਨਾਂ ਦਾ ਤਬਾਦਲਾ 2-3 ਘੰਟੇ ਦੇ ਬਾਅਦ ਹੀ ਇਸ ਇਨਸੀਡੈਂਟ ਤੋਂ ਬਾਅਦ ਹੋਇਆ, ਪਰ ਉਸ ਤੋਂ ਪਹਿਲਾਂ ਇਹ तमाम ਚੀਜ਼ਾਂ ਉਹਨਾਂ ਨੇ ਕਰ ਦਿੱਤੀਆਂ ਸੀ। ਐਸਐਚਓ ਸਸਪੈਂਡ ਸੀਗਾ, 304 ਧਾਰਾ ਲੱਗ ਚੁੱਕੀ ਸੀਗੀ, ਆਰੋਪੀ ਨੂੰ ਗ੍ਰਿਫਤਾਰ ਕਰ ਲਿੱਤਾ ਸੀਗਾ ਉਸੇ ਵੇਲੇ, ਔਰ ਉਸ ਤੋਂ ਬਾਅਦ ਜਿਹੜੀ ਸਿੱਟ ਦੀ ਜਿਹੜੀ ਜਾਂਚ ਹੈ ਉਹ ਕਮੇਟੀ ਬਿਠਾ ਦਿੱਤੀ ਗਈ ਸੀਗੀ। ਉਹ ਜਦੋਂ ਤਬਾਦਲਾ ਹੋਇਆ ਉਸ ਤੋਂ ਬਾਅਦ ਇਮੀਡੀਏਟਲੀ ਜਿਹੜੇ ਐਸਐਸਪੀ ਤਰਨਤਾਰਨ ਸੀਗੇ, ਨੈਕਸਟ ਡੇ ਉਹਨਾਂ ਨੇ ਚਾਰਜ ਸੰਭਾਲਿਆ। ਇਸ ਸਮੇਂ ਦੇ ਦੌਰਾਨ ਜਿਹੜਾ ਇਹ ਵਾਲਾ ਸਮਾਂ ਹੈ, ਉਸ ਸਮੇਂ ਦੇ ਟ੍ਰਾਂਸਫਰਸ ਦੇ ਦੌਰਾਨ ਕੁਝ ਘੰਟਿਆਂ ਦਾ ਜਿਹੜਾ ਉਹ ਸਮਾਂ ਸੀਗਾ, ਕੁਝ ਘੰਟਿਆਂ ਦੇ ਵਿੱਚ ਜਿਹੜੇ ਆ ਉਹ ਤੁਹਾਨੂੰ ਸੋਚਣ ਨੂੰ ਲੱਗੇਗਾ ਕਿ ਸ਼ਾਇਦ ਐਸਐਚਓ ਇੱਥੇ ਆ ਗਿਆ। ਉਹਨੂੰ ਉਸ ਮੌਕੇ ਤੇ ਇਮੀਡੀਏਟਲੀ ਜਿਹੜਾ ਅਗਲੇ ਦਿਨ ਸੀਗੇ ਉਹਦੇ ਐਸਐਚਓ ਦੀ ਸਸਪੈਂਸ਼ਨ ਤੇ ਜਿਹੜੇ ਅੱਜ ਐਸਐਸਪੀ ਨੇ ਉਹਨਾਂ ਨੇ ਨੈਕਸਟ ਡੇ ਜਿਹੜੀ ਉਹਦੀ ਸਸਪੈਂਸ਼ਨ ਜਿਹੜੀ ਪਾ ਕੇ ਲਾਈਨ 'ਚ ਹਾਜ਼ਰੀ ਕਰ ਦਿੱਤੀ ਗਈ ਹੈ। ਐਮਐਲਏ ਸਾਹਿਬ, ਸਾਬਕਾ ਸਰਪੰਚ ਦਾ ਇਹੀ ਇਲਜ਼ਾਮ ਹੈ ਵੀ ਹੁਣ ਇਹਨਾਂ ਵੱਡੀ ਤਰਾਸਦੀ ਵਾਪਰਨ ਤੋਂ ਬਾਅਦ ਵੀ ਰਾਤ ਵੀ ਜਿਹੜੀ ਹੈ ਸ਼ਰਾਬ ਵਿਕਦੀ ਰਹੀ ਹੈ ਪਿੰਡ ਵਿੱਚ। ਸ਼ਰਾਬ ਅਗਰ ਵਿਕਦੀ ਰਹੀ ਹੈ ਤਾਂ ਸਰਪੰਚ ਸਾਹਿਬ ਨੇ ਜਿਹੜੇ ਸਾਬਕਾ ਸਰਪੰਚ ਮੈਂ ਜਿਹਨਾਂ ਦੀ ਗੱਲ ਕਰ ਰਿਹਾ, ਮੈਂ ਹੁਣੇ ਤੁਹਾਨੂੰ ਬੇਨਤੀ ਕੀਤੀ ਹੈ ਵੀ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਦੇ ਜ਼ਿੰਮੇਵਾਰ ਆਗੂ ਨੇ, ਅਗਰ ਉਹਨਾਂ ਨੂੰ ਲੱਗਦਾ ਕਿ ਸ਼ਰਾਬ ਵਿਕਦੀ ਰਹੀ ਹੈ ਤੇ ਸਰਪੰਚ ਸਾਹਿਬ ਕਿੱਥੇ ਸਨ? ਫਿਰ ਉਹ ਕਿਉਂ ਵੇਖੀ, ਕਿਉਂ ਅੱਗੇ ਆ ਕੇ ਉਹਨਾਂ ਨੇ ਕਿਉਂ ਨਹੀਂ ਜਾਣਕਾਰੀ ਦਿੱਤੀ? ਅਗਰ ਦੋਸ਼ੀ ਉਹ ਤੇ ਪਹਿਲੇ ਹੀ ਆਖ ਰਹੇ ਨੇ ਵੀ ਪੁਲਿਸ ਦੀ ਮਿਲੀ ਭੁਗਤ ਨਾਲ ਸ਼ਰਾਬ ਵਿਕ ਰਹੀ ਹੈ ਜੀ। ਉਹਦੇ ਪਹਿਲੇ ਆਖ ਰਹੇ, ਪਿੰਡ ਵਾਸੀ ਵੀ ਕਹਿ ਰਹੇ ਨੇ, ਸਾਬਕਾ ਸਰਪੰਚ। ਅਗਰ 3 ਆਰੋਪੀ ਗ੍ਰਿਫਤਾਰ, ਕੱਲਾ ਆਪਾਂ ਇਲਜ਼ਾਮਬਾਜ਼ੀ 'ਚ ਨਾ ਜਾਈਏ, ਉਹਨੂੰ ਤੱਥਾਂ ਨੂੰ ਥੋੜਾ ਜਿਹਾ ਕਾਮਨ ਸੈਂਸ ਮੇਰੇ ਵੱਲ ਧਿਆਨ ਕਰਿਓ, ਥੋੜਾ ਜਿਹਾ ਕਾਮਨ ਸੈਂਸ ਵੱਲ ਵੀ ਧਿਆਨ ਕਰ ਲੈਣਾ ਚਾਹੀਦਾ ਕਿ ਅਗਰ ਐਡਾ ਵੱਡਾ ਹਾਦਸਾ ਵਾਪਰਿਆ, ਐਸਐਚਓ ਨੂੰ ਸਸਪੈਂਡ ਕੀਤਾ ਗਿਆ, ਦੋਸ਼ੀ 3 ਆਰੋਪੀ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਤੇ ਜਾਂਚ ਬਿਠਾਈ ਗਈ, ਤੇ ਤੁਹਾਨੂੰ ਲੱਗਦਾ ਜੀ ਵੀ ਉਹ ਰਾਤ ਸ਼ਰਾਬ ਵਿਕਣ ਦੀ ਹੈ ਤੇ ਅਗਰ ਪੁਲਿਸ ਜਿਹੜਾ ਆ ਆਰੋਪੀ ਨੂੰ ਉਸੇ ਵੇਲੇ ਗ੍ਰਿਫਤਾਰ ਕਰੇਗੀ ਇਸ ਵਾਸਤੇ ਵੀ ਜਿਹੜਾ ਉਹ ਰਾਤ ਸ਼ਰਾਬ ਕੋਈ ਹੋਰ ਵੇਚੇ ਅਗਲੇ ਦਿਨ ਤੇ ਹੋਰ ਹਾਦਸਾ ਵਾਪਰੇ? ਇਹਦਾ ਮਤਲਬ ਸਰਪੰਚ ਸਾਹਿਬ ਤੇ ਇਹੋ ਹੀ ਸਟੇਟਮੈਂਟ ਦੇ ਰਹੇ ਨੇ। ਕਹਿਣ ਦਾ ਮਕਸਦ ਇਹੀ ਹੈ ਵੀ ਇਹੀ ਇਕੱਲੇ ਨਹੀਂ ਨਸ਼ਾ ਤਸਕਰ, ਹੋਰ ਵੀ ਨਸ਼ਾ ਤਸਕਰ ਹੋ ਸਕਦੇ ਨੇ। ਜਿਹੜੇ ਨਸ਼ਾ ਤਸਕਰ ਹੋਰ ਵੀ ਨੇ, ਅਗਰ ਉਹਨਾਂ ਆਰੋਪੀਆਂ ਦੀ ਗ੍ਰਿਫਤਾਰੀ ਹੋਈ ਹੈ ਤੇ ਕੀ ਲੱਗਦਾ ਕਿ ਸਾਬਕਾ ਸਰਪੰਚ ਸਾਹਿਬ ਨੂੰ ਵੀ ਜਿਹੜੇ ਦੂਸਰੇ ਆ ਉਹਨਾਂ ਦੇ ਉੱਪਰ ਕੋਈ ਉਹਨਾਂ ਨੂੰ ਛੱਡ ਦਿੱਤਾ ਗਿਆ ਹੋਊਗਾ? ਕੇਵਲ ਇੱਕ ਇਲਜ਼ਾਮ ਲਗਾ ਕੇ ਤੇ ਉਹਨੂੰ ਛੱਡ ਦੇਣਾ, ਉਹਦੇ ਬਾਰੇ ਸੋਚਣਾ ਨਾ ਵੀ ਇਹ ਬੇਸਲੈਸ ਐਲੀਗੇਸ਼ਨ ਹੈ ਕਿ ਹਾਂ ਇਹਦੇ ਵਿੱਚ ਵਾਕਈ ਕੋਈ ਕੰਸਟਰਕਟਿਵ ਜਿਹੜਾ ਕੁਝ ਹੈਗਾ। ਜੇ ਤੇ ਇਲਜ਼ਾਮਬਾਜ਼ੀ ਹੈ ਤਾਂ ਫਿਰ ਬੇਸਲੈਸ, ਅਗਰ ਹੈ ਤਾਂ ਜਾਣਕਾਰੀ ਦੇਣ। ਜੇ ਆਰੋਪੀ ਗ੍ਰਿਫਤਾਰ ਹੋਏ ਨੇ ਤੇ ਜਿਹੜਾ ਤਸਕਰ ਜਿਹੜਾ ਕੋਈ ਦੂਜਾ ਸ਼ਰਾਬ ਉਹਨੂੰ ਕਿਉਂ ਨਾ ਪੁਲਿਸ ਗ੍ਰਿਫਤਾਰ ਕਰੇਗੀ ਜੀ? ਮੈਂ ਅਜੇ ਵੀ ਇਹਨਾਂ ਨੂੰ ਇਹ ਕਹਿ ਰਿਹਾ, ਜ਼ਿੰਮੇਵਾਰ ਰਾਜਨੀਤਿਕ ਪਾਰਟੀ ਦੇ ਜ਼ਿੰਮੇਵਾਰ ਆਗੂ ਨੇ,
ਕੀਮਤੀ ਜਾਨਾਂ ਗਈਆਂ ਨੇ, ਲਾਸ਼ਾਂ ਦੇ ਉੱਪਰ ਸੌੜੀ ਰਾਜਨੀਤੀ ਇਸ ਤੋਂ ਘਟੀਆ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀ। ਰਾਜਨੀਤੀ ਕਰਨ ਵਾਸਤੇ ਬਹੁਤ ਸਾਰੇ ਮੌਕੇ, ਬਹੁਤ ਸਾਰੇ ਮੈਦਾਨ ਆ ਜਾਣੇ ਨੇ, ਉੱਥੇ ਰਾਜਨੀਤੀ ਕਰਨ ਦਾ ਜਿਹੜਾ ਹੈ ਮੌਕਾ ਮਿਲ ਜਾਏਗਾ। ਲੋਕਾਂ ਦੀਆਂ ਪਰਿਵਾਰਾਂ ਦੇ ਵਿੱਚ ਅੱਜ ਮਾਤਮ ਦਾ ਮਾਹੌਲ, ਗਮਗੀਨ ਮਾਹੌਲ ਹੈ। ਅੱਜ ਉਹਨਾਂ ਪੀੜਤ ਪਰਿਵਾਰਾਂ ਦੇ ਉੱਪਰ, ਉਹਨਾਂ ਪਰਿਵਾਰਾਂ ਦੇ ਉੱਪਰ ਇਹ ਰਾਜਨੀਤੀ ਚਮਕਾ ਰਹੇ ਹੈ। ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀ, ਇਹਨਾਂ ਵਾਸਤੇ ਸ਼ਰਮ ਵਾਲੀ ਗੱਲ ਹੈ। ਤੇ ਇਹ ਸਨ MLA ਸੁਖਵਿੰਦਰ ਸਿੰਘ ਡੈਣੀ, ਜਿਹੜੇ ਕਿ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮੁੱਛਲ ਪਹੁੰਚੇ ਨੇ। ਔਰ ਉਹਨਾਂ ਨੇ ਆਖਿਆ ਵੀ ਜਿਹੜੇ ਵੀ ਸਿਆਸੀ ਪਾਰਟੀਆਂ ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਕਰ ਰਹੀਆਂ ਨੇ, ਉਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਸ ਮਾਮਲੇ ਨੂੰ ਲੈ ਕੇ, ਜਦ ਕਿ ਇਹ ਉਹ ਸਮਾਂ ਹੈ, ਦੁੱਖ ਜਤਾਉਣ ਦਾ ਸਮਾਂ ਹੈ, ਦੁੱਖ ਵੰਡਾਉਣ ਦਾ ਸਮਾਂ ਹੈ ਜਿਹੜੇ ਵੀ ਪਰਿਵਾਰਾਂ ਦੇ ਜੀ ਗਏ ਨੇ। ਦੂਜੇ ਪਾਸੇ ਉਹਨਾਂ ਨੇ ਆਖਿਆ ਵੀ SHO ਨੂੰ ਸਸਪੈਂਡ ਕੀਤਾ ਗਿਆ। ਉਹ DSP ਜਿਹੜੇ ਨੇ ਬੀਤੇ ਦਿਨੀ ਕਰੋਨਾ ਪੋਜ਼ਿਟਿਵ ਆਏ ਸੀਗੇ, ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਡਿਊਟੀ ਜੁਆਇਨ ਕੀਤੀ ਹੈ। ਇਸ ਕਰਕੇ ਜਿਹੜੀ ਗਾਜ਼ ਹੈ ਉਹ SHO ਤੇ ਹੀ ਡਿੱਗੀ ਗਈ। ਹੁਣ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਏਗਾ ਜਿਹੜੀ ਇਸ ਮਾਮਲੇ ਵਿੱਚ ਸਿੱਟ ਜਿਹੜੀ ਹੈ ਬਣਾਈ ਗਈ ਹੈ, ਉਹ ਕਿੰਨੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਸਾਰੀ ਜਿਹੜੀ ਉਹ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ। ਕੈਮਰਾ ਪਰਸਨ ਮੁਕੇਸ਼ ਬਾਵਾ ਨਾਲ ਸਿਕੰਦਰ ਪਸੀਚਾ, दैनिक सवेरा TV, पिंड मुच्छल, अमृतसर। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। ਸਿਆਸਤ, ਵਪਾਰ, ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਅਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ दैनिक सवेरा टाइम्स।